ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਡੂਰ ਸਾਹਿਬ ਦੀ ਧਰਤੀ ਤੇ ਜਿੱਥੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਰਹਿਮਤਾਂ ਵਰਸਾ ਰਹੇ ਨੇ, ਉਧਰ ਦੂਜੇ ਪਾਸੇ ਬਾਬਾ ਅਮਰਦਾਸ, ਜਿਨ੍ਹਾਂ ਨੂੰ ਅੱਜ ਆਪਾਂ ਤੀਸਰੇ ਗੁਰਦੇਵ ਜਾਣ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦੇ ਹਾਂ। ਆਪ ਜੀ ਦਾ ਆਗਮਨ ਭੱਲਾ ਕੁੱਲ ਦੇ ਵਿੱਚ ਬਾਬਾ ਤੇਜਭਾਣ ਜੀ ਦੇ ਗ੍ਰਹਿ ਵਿਖੇ ਹੋਇਆ। ਬਾਸਰਕੇ ਦੇ ਰਹਿਣ ਵਾਲੇ ਬਾਬਾ ਅਮਰਦਾਸ ਮੁੱਢ ਤੋਂ ਹੀ ਧਰਮ ਦੇ ਨਾਲ ਬਹੁਤ ਪਿਆਰ ਕਰਦੇ ਨੇ। ਇਹ ਵੱਖਰੀ ਗੱਲ ਹੈ ਕਿ ਪੂਰਾ ਗੁਰੂ ਮਿਲਿਆ ਨਹੀਂ ਸੀ ਔਰ ਹਜੇ ਸਹੀ ਰਸਤੇ ਦੀ ਪਛਾਣ ਨਹੀਂ ਸੀ ਹੋਈ, ਪਰ ਸ਼ੁਰੂ ਤੋਂ ਹੀ ਆਪ ਜੀ ਨੂੰ ਧਰਮ ਦੇ ਨਾਲ ਬਹੁਤ ਪਿਆਰ ਹੈ। ਇਸ ਕਰਕੇ ਬਾਬਾ ਅਮਰਦਾਸ ਹਰ ਸਾਲ ਗੰਗਾ ਦੇ ਇਸ਼ਨਾਨ ਲਈ ਜਾਂਦੇ ਨੇ। ਕਹਿੰਦੇ ਨੇ ਕਿ ਇੱਧਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖਡੂਰ ਦੀ ਧਰਤੀ 'ਤੇ ਰੌਣਕਾਂ ਲਾ ਰਹੇ ਨੇ, ਉੱਧਰ ਬਾਬਾ ਅਮਰਦਾਸ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੰਗਾ ਦੇ ਇਸ਼ਨਾਨ ਕਰਨ ਗਏ। ਔਰ ਇਤਿਹਾਸ ਦੱਸਦਾ ਹੈ ਕਿ ਇੱਥੇ ਆਪ ਜੀ ਦਾ ਵਾਹ ਇੱਕ ਬ੍ਰਹਮਚਾਰੀ ਦੇ ਨਾਲ ਪੈਂਦਾ ਹੈ। ਇੱਕ ਬ੍ਰਹਮਚਾਰੀ ਆਪ ਜੀ ਦੇ ਨਾਲ ਕੁਝ ਸਮਾਂ ਬਤੀਤ ਕਰਦਾ ਹੈ ਔਰ ਗੱਲਾਂ ਗੱਲਾਂ ਦੇ ਵਿੱਚ ਹੀ ਪੁੱਛ ਲੈਂਦਾ, ਅਮਰਦਾਸ ਜੀ ਆਪਣੇ ਗੁਰੂ ਦੀ ਦੱਸ ਪਾਓ, ਤੁਹਾਡੀ ਜੀਵਨ ਸ਼ੈਲੀ ਮੈਨੂੰ ਬਹੁਤ ਚੰਗੀ ਲੱਗੀ, ਕਿਰਪਾ ਕਰਕੇ ਆਪਣੇ ਗੁਰੂ ਦਾ ਨਾਮ ਦੱਸੋ। ਜਦੋਂ ਇਹ ਸਵਾਲ ਹੋਇਆ ਤਾਂ ਬਾਬਾ ਅਮਰਦਾਸ ਜੀ ਜਵਾਬ ਦਿੰਦੇ ਨੇ, ਸਾਧੂ ਜੀ ਅਸੀਂ ਹਜੇ ਤੱਕ ਗੁਰੂ ਬਾਰੇ ਸੋਚਿਆ ਨਹੀਂ, ਮੇਰਾ ਕੋਈ ਗੁਰੂ ਨਹੀਂ। ਜਦੋਂ ਇਹ ਬੋਲ ਕਹੇ ਤੇ ਉਹ ਬ੍ਰਹਮਚਾਰੀ ਇੱਕੋ ਦਮ ਗੁੱਸੇ ਵਿੱਚ ਆ ਕੇ ਬੋਲਦਾ, ਮੇਰਾ ਤਾਂ ਜੀਵਨ ਵਿਅਰਥ ਹੋ ਗਿਆ। ਮੈਨੂੰ ਪਤਾ ਹੁੰਦਾ ਵੀ ਤੁਸੀਂ ਨਿਗਰੇ ਹੋ, ਮੈਂ ਤਾਂ ਤੁਹਾਡੇ ਪਰਛਾਵੇਂ ਦੇ ਨੇੜੇ ਨਹੀਂ ਸੀ ਆਉਣਾ। ਮੈਂ ਨਿਗਰੇ ਦਾ ਸੰਗ ਕਰ ਬੈਠਾ, ਮੇਰਾ ਤਾਂ ਜੀਵਨ ਵਿਅਰਥ ਹੋ ਗਿਆ। ਜਦੋਂ ਇਹ ਬੋਲ ਉਸ ਬ੍ਰਹਮਚਾਰੀ ਨੇ ਕਹੇ ਤਾਂ ਇਹ ਬੋਲ ਬਾਬਾ ਅਮਰਦਾਸ ਜੀ ਦੇ ਹਿਰਦੇ 'ਤੇ ਚੋਟ ਕਰਦੇ ਨੇ। ਇੰਨੀ ਚੋਟ ਕੀਤੇ ਕਿ ਆਪ ਜੀ ਦੇ ਅੰਦਰ ਗੁਰੂ ਦੇ ਮਿਲਾਪ ਲਈ ਤੀਬਰ ਇੱਛਾ ਪੈਦਾ ਹੋ ਗਈ। ਆਪ ਜੀ ਦਾ ਅੰਦਰ ਹੁਣ ਇਹ ਇੱਛਾ ਰੱਖ ਰਿਹਾ ਹੈ ਕਿ ਮੈਨੂੰ ਪੂਰੇ ਸਤਿਗੁਰੂ ਦਾ ਮਿਲਾਪ ਹੋ ਜਾਵੇ। ਕਹਿੰਦੇ ਸਮੇਂ ਨੇ ਸਬੱਬ ਬਣਾਇਆ। ਇੱਕ ਪ੍ਰਭਾਤ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅਮੋਲਕ ਸ਼ਬਦ ਪੜ੍ਹ ਰਹੇ ਨੇ। ਇਹ ਬਚਨ ਬਾਬਾ ਅਮਰਦਾਸ ਜੀ ਦੇ ਕੰਨੀ ਪੈਂਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਮੋਲਕ ਬਚਨ ਬਾਬਾ ਅਮਰਦਾਸ ਜੀ ਦੇ ਕੰਨੀ ਪਿਆ, ਇਸ ਸ਼ਬਦ ਨੇ ਇੰਨਾ ਸਕੂਨ ਦਿੱਤਾ ਕਿ ਦੌੜ ਕੇ ਬੀਬੀ ਅਮਰੋ ਜੀ ਪਾਸ ਗਏ ਔਰ ਹੱਥ ਜੋੜ ਕੇ ਕਹਿਣ ਲੱਗੇ, ਬੀਬੀ ਜੀ ਇਹ ਬਚਨ ਕਿਹਨਾਂ ਦੇ ਨੇ, ਮੈਨੂੰ ਬਹੁਤ ਸਕੂਨ ਮਿਲਿਆ, ਕਿਰਪਾ ਕਰਕੇ ਉਹਨਾਂ ਦੀ ਦੱਸ ਪਾਓ। ਤੇ ਬੀਬੀ ਅਮਰੋ ਜੀ ਜਵਾਬ ਦਿੰਦੇ ਨੇ, ਬਾਬਾ ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ। ਹੱਥ ਜੋੜ ਲਏ ਬਾਬਾ ਅਮਰਦਾਸ ਜੀ ਨੇ ਤੇ ਕਹਿਣ ਲੱਗੇ, ਬੀਬੀ ਜੀ ਕਿਰਪਾ ਕਰਕੇ ਮੈਨੂੰ ਉਸ ਗੁਰੂ ਦੇ ਦਰ 'ਤੇ ਲੈ ਚੱਲੋ, ਮੈਂ ਹਜੇ ਨਿਗਰਾਂ ਹੈ, ਮੇਰੀ ਸਾਰੀ ਉਮਰ ਲੰਘ ਗਈ, ਕਿਰਪਾ ਕਰਕੇ ਗੁਰੂ ਦੇ ਦਰ 'ਤੇ ਲੈ ਚੱਲੋ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨਾ ਚਾਹੁੰਦਾ। ਬੀਬੀ ਅਮਰੋ ਜਵਾਬ ਦਿੰਦੇ ਨੇ, ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਘਰ ਦੇ ਮਾਲਕ ਅੱਜ ਕੱਲ੍ਹ ਧੰਨ ਗੁਰੂ ਅੰਗਦ ਸਾਹਿਬ ਨੇ ਔਰ ਖਡੂਰ ਸਾਹਿਬ ਦੀ ਧਰਤੀ 'ਤੇ ਰੌਣਕਾਂ ਲਾ ਰਹੇ ਨੇ। ਤੋ ਬੀਬੀ ਅਮਰੋ ਦੇ ਜ਼ਰੀਏ ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਣੀ ਆਉਂਦੇ ਨੇ। ਕਹਿੰਦੇ ਨੇ ਇੱਥੇ ਸਤਿਗੁਰੂ ਜੀ ਦੇ ਸ਼ਰਣੀ ਆਏ, ਮੱਥਾ ਟੇਕਿਆ ਔਰ ਇੰਨੇ ਗੁਰੂ ਦੇ ਸਮਰਪਿਤ ਹੋ ਗਏ। ਇਤਿਹਾਸ ਦੇ ਮੁਤਾਬਕ ਤਕਰੀਬਨ 11-12 ਸਾਲ ਆਪ ਜੀ ਸਤਿਗੁਰੂ ਜੀ ਦੀ ਸੇਵਾ ਕਰਦੇ ਨੇ। ਬਿਆਸ ਤੋਂ ਗਾਗਰ ਭਰ ਕੇ ਲਿਆਉਣੀ ਔਰ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ। ਡਿਟੇਲ ਦੇ ਵਿੱਚ ਵਿਚਾਰ ਆਪਾਂ ਕਰਾਂਗੇ ਜਦੋਂ ਗੁਰੂ ਅਮਰਦਾਸ ਜੀ ਦੀ ਜੀਵਨੀ ਵਿਚਾਰੀ, ਪਰ ਮੈਂ ਇੱਥੇ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ 'ਤੇ ਫੋਕਸ ਕਰਨਾ ਚਾਹੁੰਦਾ। ਟੂਕ ਮਾਤਰ ਅਰਜ਼ ਕਰ ਰਿਹਾ। ਬਾਬਾ ਅਮਰਦਾਸ ਜੀ ਤਕਰੀਬਨ 11-12 ਸਾਲ ਇੰਨੀ ਘਾਲਣਾ ਘਾਲਦੇ ਨੇ ਕਿ ਆਪ ਜੀ ਦੀ ਸੇਵਾ ਥਾਏ ਪੈ ਜਾਂਦੀ ਹੈ। ਅੱਜ ਜਦੋਂ ਸਾਧ ਸੰਗਤ ਆਪਾਂ ਗੋਇੰਦਵਾਲ ਸਾਹਿਬ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੀ ਯਾਦ ਆਉਂਦੀ ਹੈ। ਅਸਲ ਦੇ ਵਿੱਚ ਇਹ ਗੋਇੰਦਵਾਲ ਵਸਾਉਣ ਦਾ ਹੁਕਮ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕੀਤਾ ਸੀ। ਇਹ ਗੋਇੰਦਵਾਲ ਪਹਿਲਾਂ ਕੋਈ ਨਗਰ ਨਹੀਂ ਸੀ, ਇੱਕ ਛੋਟੀ ਜਿਹੀ ਥੇ ਸੀ ਜਿਸ ਦੇ ਮਾਲਕ ਮਰਵਾਹੇ ਖੱਤਰੀ ਗੋਂਦੇ ਦੇ ਵੱਡੇ ਸਨ। ਔਰ ਇਹ ਮਰਵਾਹੇ ਖੱਤਰੀ ਦਾ ਜਿਹੜਾ ਗੋਂਦਾ ਸੀ, ਇਹ ਚਾਹੁੰਦਾ ਸੀ ਵੀ ਇੱਥੇ ਇੱਕ ਨਗਰ ਵਸ ਜਾਵੇ, ਕਿਉਂਕਿ ਉਹ ਚਾਹੁੰਦਾ ਸੀ ਕਿ ਮੇਰੇ ਵੱਡਿਆਂ ਦਾ ਨਾਮ ਉੱਜਲ ਹੋਵੇ, ਉਜਾਗਰ ਹੋਵੇ। ਵੱਡਿਆਂ ਦਾ ਨਾਮ ਉਜਾਗਰ ਕਰਨ ਲਈ ਇਹ ਇਸ ਥੇ 'ਤੇ ਇੱਕ ਨਗਰ ਵਸਾਉਣਾ ਚਾਹੁੰਦਾ ਸੀ। ਪਰ ਗੋਂਦਾ ਇਹ ਵੀ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੇਰੇ ਕਹੇ 'ਤੇ ਕਿਸੇ ਨੇ ਇੱਥੇ ਆ ਕੇ ਵਸਣਾ ਨਹੀਂ, ਕਿਉਂਕਿ ਆਮ ਬੰਦਾ ਕਿਸੇ ਨੂੰ ਕਹੇ ਵੀ ਇਸ ਥੇ 'ਤੇ ਆ ਕੇ ਵਸ ਜਾਓ ਤੇ ਕੌਣ ਕਿਸੇ ਦੀ ਗੱਲ ਮੰਨਦਾ ਹੈ। ਨਗਰ ਵੀ ਉਹਨਾਂ ਦੇ ਕੋਲੋਂ ਹੀ ਵਸਦੇ ਨੇ ਜਿਹਦੀ ਦੁਨੀਆ ਮੰਨਦੀ ਹੋਵੇ, ਜਿਹਦੇ ਅੱਗੇ ਦੁਨੀਆ ਝੁਕਦੀ ਹੋਵੇ।
ਤੇ ਗੋਂਦਾ ਜਾਣਦਾ ਸੀ ਮੇਰੇ ਕਹੇ ਤੇ ਇਹ ਨਗਰ ਨਹੀਂ ਵਸਣਾ, ਪਰ ਜੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੁਕਮ ਕਰਨ ਤੇ ਬੜੇ ਸਿੱਖ ਆ ਕੇ ਇੱਥੇ ਵਸ ਜਾਣਗੇ। ਇਸ ਕਰਕੇ ਇਹ ਗੋਂਦਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਣੀ ਆਉਂਦਾ ਹੈ ਔਰ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਮੇਰੇ ਵੱਡਿਆਂ ਦੀ ਇੱਕ ਥੇ ਹੈ, ਤੁਸੀਂ ਕਿਰਪਾ ਕਰੋ ਉੱਥੇ ਮੈਂ ਨਗਰ ਵਸਾਉਣਾ ਚਾਹੁੰਦਾ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸੋਚਿਆ ਕਿ ਇਹ ਥਾਂ ਬੜੇ ਟਿਕਾਣੇ 'ਤੇ ਹੈ, ਕਿਉਂਕਿ ਇੱਕ ਤਾਂ ਬਿਆਸ ਦੇ ਕੰਢੇ, ਦੂਜਾ ਲਾਹੌਰ ਤੋਂ ਦਿੱਲੀ ਦੀ ਜਾਣ ਵਾਲੀ ਜਿਹੜੀ ਸ਼ਾਹੀ ਸੜਕ ਹੈ ਉਸ ਸੜਕ ਦੇ ਕੰਢੇ 'ਤੇ ਪੈਂਦਾ ਹੈ। ਇਸ ਕਰਕੇ ਇਹ ਬੜਾ ਸੋਹਣਾ ਪ੍ਰਚਾਰ ਦਾ ਕੇਂਦਰ ਬਣ ਸਕਦਾ ਸੀ। ਤਾਂ ਗੁਰੂ ਅੰਗਦ ਸਾਹਿਬ ਜੀ ਸੋਚਦੇ ਨੇ ਕਿ ਜੇ ਇਹ ਨਗਰ ਵਸ ਗਿਆ ਤਾਂ ਇਹ ਪ੍ਰਚਾਰ ਦਾ ਕੇਂਦਰ ਬਣੇਗਾ। ਤਾਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਾਬਾ ਅਮਰਦਾਸ ਜੀ ਨੂੰ ਹੁਕਮ ਕਰਦੇ ਨੇ ਕਿ ਤੁਹਾਡੇ ਜਿੰਨੇ ਵੀ ਨਿਕਟਵਰਤੀ ਨੇ, ਨੇੜਲੇ ਜਿੰਨੇ ਵੀ ਰਿਸ਼ਤੇਦਾਰ ਨੇ, ਬਾਸਰ ਕੇ ਰਹਿਣ ਵਾਲੇ ਜਿੰਨੇ ਵੀ ਨਜ਼ਦੀਕੀ ਹਨ, ਉਹਨਾਂ ਸਾਰਿਆਂ ਨੂੰ ਲੈ ਕੇ ਇਸ ਧਰਤੀ 'ਤੇ ਵਸਾਉਣਾ ਕਰੋ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਹੁਕਮ ਪਾ ਕੇ ਬਾਬਾ ਅਮਰਦਾਸ ਜੀ ਆਪਣੇ ਸਾਰੇ ਨਜ਼ਦੀਕਿਆਂ ਨੂੰ ਨਾਲ ਲਿਜਾ ਕੇ ਇਸ ਧਰਤੀ 'ਤੇ ਵਸਾਉਣਾ ਕਰਦੇ ਨੇ। ਇਸ ਧਰਤੀ ਦਾ ਨਾਮ ਰੱਖਿਆ ਗਿਆ ਗੋਇੰਦਵਾਲ। ਇਸ ਪ੍ਰਕਾਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਹੁਕਮ ਸਦਕਾ ਔਰ ਬਾਬਾ ਅਮਰਦਾਸ ਜੀ ਦੇ ਉਦਮ ਸਦਕਾ ਇਹ ਗੋਇੰਦਵਾਲ ਦੀ ਧਰਤੀ ਵਸ ਗਈ ਔਰ ਗੁਰੂ ਅੰਗਦ ਸਾਹਿਬ ਜੀ ਦਾ ਹੁਕਮ ਪਾ ਕੇ ਬਾਬਾ ਅਮਰਦਾਸ ਜੀ ਇਸ ਗੋਇੰਦਵਾਲ ਦੀ ਧਰਤੀ 'ਤੇ ਹੀ ਟਿਕਾਣਾ ਕਰਦੇ ਨੇ। ਇੱਧਰ ਬਾਬਾ ਅਮਰਦਾਸ ਜੀ ਗੋਇੰਦਵਾਲ ਟਿਕੇ ਨੇ, ਉੱਧਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖਡੂਰ ਦੀ ਧਰਤੀ 'ਤੇ ਰੌਣਕਾਂ ਲਾ ਰਹੇ ਨੇ। ਇਤਿਹਾਸ ਦੱਸਦਾ ਹੈ ਸਾਧ ਸੰਗਤ ਕਿ ਇਸ ਖਡੂਰ ਦੀ ਧਰਤੀ 'ਤੇ ਇੱਕ ਤਪਾ ਵੀ ਰਹਿੰਦਾ ਸੀ ਜਿਸ ਦਾ ਨਾਮ ਸ਼ਿਵਨਾਭ ਕਰਕੇ ਦੱਸਿਆ। ਅਸਲ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸਾਧ ਸੰਗਤ ਕਿ ਇਹ ਜੋਗੀ ਤਪੇ ਲੋਕ ਜੰਗਲਾਂ, ਬਨਾਂ ਅਤੇ ਪਹਾੜਾਂ ਦੇ ਵਿੱਚ ਜਾ ਕੇ ਬੜੇ ਕਠਿਨ ਤਪ ਕਰਦੇ ਨੇ, ਜਿਨ੍ਹਾਂ ਤਪਾਂ ਦੇ ਸਦਕਾ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਮਿਲਦੀਆਂ ਨੇ ਔਰ ਉਹਨਾਂ ਰਿੱਧੀਆਂ ਸਿੱਧੀਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਡਰਾ ਕੇ ਔਰ ਲੋਕਾਂ ਨੂੰ ਲਾਲਚ ਦੇ ਕੇ ਇਹ ਜੋਗੀ ਅਤੇ ਤਪੇ ਲੋਕ ਆਪਣੀ ਸੇਵਾ ਅਤੇ ਪੂਜਾ ਕਰਾਉਂਦੇ ਨੇ। ਕਈ ਤਪੇ ਅਤੇ ਜੋਗੀਆਂ ਨੇ ਕਈ ਥਾਵਾਂ 'ਤੇ ਕਈ ਪਿੰਡਾਂ ਦੇ ਵਿੱਚ ਆਪਣੇ ਅੱਡੇ ਵੀ ਬਣਾ ਲਏ ਸਨ। ਤਪਾ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਇਹਨੇ ਵੀ ਆਪਣਾ ਅੱਡਾ ਖਡੂਰ ਸਾਹਿਬ ਦੀ ਧਰਤੀ 'ਤੇ ਬਣਾਇਆ ਸੀ ਔਰ ਗੁਰੂ ਅੰਗਦ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਇਹਦਾ ਇੱਥੇ ਬਹੁਤ ਦਬਦਬਾ ਸੀ, ਕਿਉਂਕਿ ਇਹ ਲੋਕਾਂ ਨੂੰ ਡਰਾ ਕੇ ਔਰ ਲਾਲਚ ਦੇ ਕੇ ਆਪਣੀ ਪੂਜਾ ਕਰਾਉਂਦਾ ਸੀ, ਆਪਣੇ ਅੱਗੇ ਝੁਕਾਉਂਦਾ ਸੀ। ਪਰ ਜਦੋਂ ਤੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇੱਥੇ ਪ੍ਰਚਾਰ ਦਾ ਕੇਂਦਰ ਬਣਾਇਆ, ਆਪ ਜੀ ਦਾ ਪ੍ਰਚਾਰ ਇੰਨਾ ਪ੍ਰਭਾਵਸ਼ੀਲ ਸੀ ਕਿ ਲੋਕ ਹੁਣ ਡਰ ਤੇ ਲਾਲਚ ਤੋਂ ਉੱਪਰ ਉੱਠ ਰਹੇ ਸਨ। ਔਰ ਯਾਦ ਰਹੇ, ਬੰਦਾ ਵਹਿਮਾਂ ਭਰਮਾਂ ਤੇ ਡੇਰੇਦਾਰਾਂ ਤੇ ਪਖੰਡੀਆਂ ਤੇ ਓਨਾ ਚਿਰ ਵਿਸ਼ਵਾਸ ਕਰਦਾ ਹੈ ਜਿੰਨੀ ਦੇਰ ਤੱਕ ਉਹਨਾਂ ਲੋਕਾਂ ਦੇ ਅੰਦਰ ਡਰ ਤੇ ਲਾਲਚ ਹੋਏਗਾ। ਇਹ ਡਰ ਤੇ ਲਾਲਚ ਹੀ ਲੋਕਾਂ ਨੂੰ ਡੇਰੇ ਤੇ ਪਖੰਡੀਆਂ ਦੇ ਦਰਾਂ ਤੇ ਲੈ ਕੇ ਜਾਂਦਾ ਹੈ। ਪਰ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਚਾਰ ਇੰਨਾ ਕੁ ਪ੍ਰਭਾਵਸ਼ੀਲ ਸੀ ਕਿ ਲੋਕ ਡਰ ਤੇ ਲਾਲਚ ਤੋਂ ਉੱਪਰ ਉੱਠ ਰਹੇ ਸਨ। ਇਸ ਕਰਕੇ ਇਸ ਤਪੇ ਦਾ ਦਬਦਬਾ ਹੁਣ ਘਟ ਰਿਹਾ ਸੀ। ਇਸ ਕਰਕੇ ਇਹ ਤਪਾ ਗੁਰੂ ਸਾਹਿਬ ਨਾਲ ਬੜੀ ਈਰਖਾ ਰੱਖਦਾ ਸੀ ਔਰ ਇਸ ਮੌਕੇ ਦੀ ਤਾਕ ਦੇ ਵਿੱਚ ਸੀ ਕਿ ਕਦੋਂ ਮੈਨੂੰ ਮੌਕਾ ਮਿਲੇ ਔਰ ਮੈਂ ਗੁਰੂ ਅੰਗਦ ਸਾਹਿਬ ਨੂੰ ਇਸ ਪਿੰਡ ਦੇ ਵਿੱਚੋਂ ਕੱਢ ਦੇਵਾਂ। ਅੱਜ ਕੀ ਬਣਿਆ, ਸਬੱਬ ਬਣਿਆ, ਇਹਨੂੰ ਇੱਕ ਮੌਕਾ ਮਿਲ ਗਿਆ। ਕਹਿੰਦੇ ਕਿੰਨੇ ਸਮੇਂ ਤੋਂ ਇਸ ਨਗਰ ਦੇ ਵਿੱਚ ਬਾਰਿਸ਼ ਨਹੀਂ ਸੀ ਪਈ ਤੇ ਜੱਟ ਲੋਕਾਂ ਦੀ ਫਸਲ ਖਰਾਬ ਹੋ ਰਹੀ ਸੀ ਤੇ ਇਸ ਮੌਕੇ ਦਾ ਫਾਇਦਾ ਇਹ ਤਪਾ ਉਠਾਉਂਦਾ ਹੈ। ਇਹਨੇ ਬ੍ਰਾਹਮਣਾਂ ਨੂੰ ਨਾਲ ਲਿਆ, ਕਿਉਂਕਿ ਬ੍ਰਾਹਮਣ ਵੀ ਗੁਰੂ ਸਾਹਿਬ ਤੋਂ ਈਰਖਾ ਕਰਦੇ ਸਨ। ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੇ ਸ਼ੂਦਰਾਂ ਨੂੰ ਵੀ ਬਰਾਬਰ ਲੈ ਆਂਦਾ ਸੀ, ਇੱਕੋ ਪੰਗਤ ਦਾ ਸਿਧਾਂਤ, ਜਿਹਦੇ ਕਰਕੇ ਇਹਨਾਂ ਬ੍ਰਾਹਮਣਾਂ ਦੀ ਹਉਮੈ ਨੂੰ ਸੱਟ ਵੱਜਦੀ ਹੈ, ਕਿਉਂਕਿ ਹੁਣ ਸ਼ੂਦਰ ਬ੍ਰਾਹਮਣਾਂ ਅੱਗੇ ਝੁਕਣੋਂ ਬੰਦ ਕਰ ਰਹੇ ਨੇ। ਇਹ ਬ੍ਰਾਹਮਣ ਵੀ ਗੁਰੂ ਸਾਹਿਬ ਜੀ ਦੇ ਨਾਲ ਈਰਖਾ ਕਰਦੇ ਸੀ। ਇਹ ਤਪਾ ਬ੍ਰਾਹਮਣਾਂ ਨੂੰ ਨਾਲ ਲੈ ਕੇ ਜੱਟਾਂ ਨੂੰ ਚੱਕਦਾ ਹੈ, ਆਪਣੀਆਂ ਗੱਲਾਂ 'ਚ ਲੈ ਕੇ ਆਉਂਦਾ ਹੈ ਔਰ ਬੋਲ ਕੇ ਕਹਿਣ ਲੱਗਾ, ਜੱਟ ਜਨੋ ਤੁਹਾਡੀ ਫਸਲ ਸੜ ਰਹੀ ਏ, ਸੁੱਕ ਰਹੀ ਏ, ਕਿੰਨਾ ਸਮਾਂ ਹੋ ਗਿਆ ਬਾਰਿਸ਼ ਨਹੀਂ ਪਈ। ਤੁਹਾਨੂੰ ਪਤਾ ਇਹਦਾ ਕਸੂਰਵਾਰ ਤੁਸੀਂ ਤੇ ਤੁਹਾਡਾ ਗੁਰੂ ਹੈ। ਤੁਸੀਂ ਇੱਕ ਗ੍ਰਹਿਸਤੀ ਨੂੰ ਗੁਰੂ ਬਣਾਇਆ ਤੇ ਉਹ ਗ੍ਰਹਿਸਤੀ ਗੁਰੂ ਤੁਹਾਡੇ ਪਿੰਡ 'ਚ ਰਹਿ ਵੀ ਰਿਹਾ ਹੈ, ਜਿਹਦਾ ਨਤੀਜਾ ਇਹ ਹੈ ਕਿ ਤੁਹਾਡੇ ਪਿੰਡ ਹੁਣ ਸੋਕਾ ਪੈਣ ਵਾਲਾ ਹੈ। ਲੰਮੇ ਸਮੇਂ ਤੋਂ ਬਾਰਿਸ਼ ਨਹੀਂ ਪਈ ਤੇ ਉਹ ਲੋਕ ਹੱਥ ਜੋੜ ਕੇ ਕਹਿਣ ਲੱਗੇ, ਤਪਾ ਜੀ ਤੁਸੀਂ ਕੋਈ ਹੱਲ ਕੱਢ ਦਿਓ। ਤੇ ਤਪਾ ਕਹਿਣ ਲੱਗਾ, ਹੱਲ ਚਾਹੁੰਦੇ ਹੋ ਤੇ ਉਸ ਗ੍ਰਹਿਸਤੀ ਗੁਰੂ ਨੂੰ ਇਸ ਪਿੰਡ 'ਚੋਂ ਕੱਢ ਦਿਓ। ਇਹ ਸਾਰੇ ਜੱਟ ਲੋਕ ਗੁਰੂ ਅੰਗਦ ਸਾਹਿਬ ਜੀ ਦੇ ਦਰ ਪਹੁੰਚਦੇ ਨੇ, ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜਾਂ ਤਾਂ ਬਾਰਿਸ਼ ਪਵਾ ਦਿਓ ਜਾਂ ਪਿੰਡ ਛੱਡ ਕੇ ਚਲੇ ਜਾਓ। ਸਤਿਗੁਰੂ ਜੀ ਕਹਿਣ ਲੱਗੇ, ਸੱਜਣੋ
परमात्मा ਦਾ ਹੁਕਮ ਸੱਤ ਕਰਕੇ ਮੰਨਣਾ ਇਹ ਸਾਡੀ ਜ਼ਿੰਦਗੀ ਦਾ ਪਹਿਲਾ ਅਸੂਲ ਹੈ। ਉਹਦੇ ਹੁਕਮ ਦੇ ਵਿੱਚ ਬਾਰਿਸ਼ ਪੈਣੀ ਹੈ, ਉਹਦੇ ਹੁਕਮ ਦੀ ਉਲੰਘਣਾ ਤਾਂ ਅਸੀਂ ਨਹੀਂ ਕਰ ਸਕਦੇ, ਪਰ ਹਾਂ ਇਹ ਪਿੰਡ ਛੱਡਣ ਵਾਲਾ ਕੰਮ ਅਸੀਂ ਜ਼ਰੂਰ ਕਰ ਸਕਦੇ ਹਾਂ। ਤੋ ਇਸ ਪ੍ਰਕਾਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਹ ਖਡੂਰ ਦੀ ਧਰਤੀ ਛੱਡ ਕੇ ਲਾਗਲੇ ਪਿੰਡ ਖਾਨ ਰਜਾਦੇ ਦੀ ਜੂਹ 'ਤੇ ਜਾ ਕੇ ਡੇਰੇ ਲਾਉਂਦੇ ਨੇ। ਇੱਧਰ ਗੁਰੂ ਅੰਗਦ ਸਾਹਿਬ ਖਾਨ ਰਜਾਦੇ ਜਾ ਟਿਕਦੇ ਨੇ ਔਰ ਲੋਕ ਹੁਣ ਪਿੰਡ ਦੇ ਜੋਗੀ ਨੂੰ ਕਹਿ ਰਹੇ ਨੇ ਵੀ ਤੁਹਾਡੇ ਕਹਿਣ 'ਤੇ ਅਸੀਂ ਗੁਰੂ ਅੰਗਦ ਸਾਹਿਬ ਨੂੰ ਕੱਢ ਤਾਂ ਦਿੱਤਾ, ਪਰ ਹੁਣ ਤੁਸੀਂ ਕਿਰਪਾ ਕਰੋ ਇੱਥੇ ਬਾਰਿਸ਼ ਪਵਾਓ। ਉੱਧਰ ਬਾਬਾ ਅਮਰਦਾਸ ਜੀ ਗੋਇੰਦਵਾਲ ਦੀ ਧਰਤੀ ਤੋਂ ਖਡੂਰ ਸਾਹਿਬ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੇ ਨੇ, ਪਰ ਜਦੋਂ ਖਡੂਰ ਪਹੁੰਚੇ ਤਾਂ ਕੀ ਦੇਖਦੇ ਨੇ ਵੀ ਇੱਥੇ ਸੁੰਨ ਮਸੁੰਨ ਛਾਈ ਹੋਈ ਪਈ ਹੈ। ਕੋਈ ਦਰਬਾਰ ਨਹੀਂ ਸੱਜ ਰਹੇ, ਕੋਈ ਕੀਰਤਨ ਨਹੀਂ ਹੋ ਰਿਹਾ ਔਰ ਪਤਾ ਲੱਗਾ ਕਿ ਤਪੇ ਦੀਆਂ ਗੱਲਾਂ ਦੇ ਵਿੱਚ ਆ ਕੇ ਜੱਟ ਲੋਕਾਂ ਨੇ ਸਤਿਗੁਰੂ ਜੀ ਨੂੰ ਪਿੰਡੋਂ ਕੱਢ ਦਿੱਤਾ ਔਰ ਲੋਕ ਜਿਹੜੇ ਸਨ ਜੋਗੀ ਤੋਂ ਮੰਗ ਕਰ ਰਹੇ ਸਨ ਕਿ ਬਾਰਿਸ਼ ਪਵਾਓ, ਪਰ ਇਹ ਜੋਗੀ ਇਹ ਤਪਾ ਟਾਲ ਮਟੋਲੇ ਕਰ ਰਿਹਾ ਸੀ। ਬਾਬਾ ਅਮਰਦਾਸ ਜੀ ਲੋਕਾਂ ਦੇ ਕੋਲ ਜਾਂਦੇ ਨੇ ਔਰ ਜੱਟਾਂ ਨੂੰ ਕਹਿਣ ਲੱਗੇ, ਜੱਟ ਜਨੋ ਇਸ ਤਪੇ ਦੇ ਕਰਕੇ ਤੁਸੀਂ ਗੁਰੂ ਨੂੰ ਕੱਢ ਦਿੱਤਾ, ਯਾਦ ਰੱਖੋ ਜਿਹਦੇ ਹੁਕਮ ਦੇ ਵਿੱਚ ਇਹ ਕੁਦਰਤ ਚੱਲ ਰਹੀ ਹੈ ਉਹਨੂੰ ਪਿੰਡੋਂ ਕੱਢ ਕੇ ਤੁਸੀਂ ਕਿਸੇ ਵੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਦੇ, ਕੋਈ ਹੱਲ ਨਹੀਂ ਲੱਭਣਾ। ਤੇ ਪਿੰਡ ਦੇ ਲੋਕ ਹੱਥ ਜੋੜ ਕੇ ਕਹਿਣ ਲੱਗੇ ਇਹ ਤਪਾ ਤਾਂ ਹੁਣ ਟਾਲ ਮਟੋਲੇ ਕਰ ਰਿਹਾ ਹੈ, ਤੁਸੀਂ ਕੁਝ ਕਰੋ। ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਇਸ ਤਪੇ ਦੇ ਕਰਕੇ ਤੁਸੀਂ ਮੇਰੇ ਪਾਤਸ਼ਾਹ ਨੂੰ ਕੱਢਿਆ ਨਾ, ਹੁਣ ਇੱਕ ਕੰਮ ਕਰੋ, ਇਹਦੇ ਪੈਰਾਂ 'ਤੇ ਰੱਸੇ ਪਾ ਕੇ ਜਿੱਥੇ ਜਿੱਥੇ ਇਹਨੂੰ ਘਸੀਟੋਗੇ ਬਾਰਿਸ਼ ਤਾਂ ਉੱਥੇ ਹੀ ਪਏਗੀ। ਇਹ ਲੋਕ ਇਸ ਤਰ੍ਹਾਂ ਹੀ ਕਰਦੇ ਨੇ, ਇਸ ਤਪੇ ਦਾ ਹੰਕਾਰ ਟੁੱਟਦਾ ਹੈ, ਇਸ ਤਪੇ ਦੇ ਪੈਰਾਂ 'ਤੇ ਰੱਸੇ ਪਾ ਕੇ ਇਹਨੂੰ ਪਿੰਡ ਦੇ ਆਲੇ ਦੁਆਲੇ ਘਸੀਟਦੇ ਨੇ ਔਰ ਮਹਿਮਾ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਕਿ ਬਾਰਿਸ਼ ਵੀ ਪੈਂਦੀ ਹੈ। ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਬਾਬਾ ਅਮਰਦਾਸ ਜੀ ਕਹਿਣ ਲੱਗੇ ਲੋਕੋ ਤੁਸੀਂ ਉਸ ਸਤਿਗੁਰੂ ਜੀ ਨੂੰ ਪਿੰਡੋਂ ਕੱਢਿਆ, ਜਾਓ ਉਸ ਗੁਰੂ ਦੇ ਸ਼ਰਨੀ ਢਹਿ ਪਾਓ ਤਾਂ ਹੀ ਬੰਦ ਖਲਾਸੀ ਹੋ ਸਕਦੀ ਹੈ, ਨਹੀਂ ਤੇ ਤੁਸੀਂ ਜੀਵਨ ਹਾਰ ਜਾਓਗੇ। ਤੋ ਸਾਰੇ ਲੋਕ ਬਾਬਾ ਅਮਰਦਾਸ ਜੀ ਨੂੰ ਨਾਲ ਲੈ ਕੇ ਖਾਨ ਰਜਾਦੇ ਪਹੁੰਚਦੇ ਨੇ, ਹੱਥ ਜੋੜ ਕੇ ਸਤਿਗੁਰੂ ਜੀ ਦੇ ਸ਼ਰਨੀ ਢਹਿ ਪਏ ਔਰ ਕਹਿਣ ਲੱਗੇ ਪਾਤਸ਼ਾਹ ਸਾਡੇ ਤੋਂ ਗਲਤੀ ਹੋ ਗਈ, ਕਿਰਪਾ ਕਰਕੇ ਬਖਸ਼ੋ ਔਰ ਵਾਪਸ ਖਡੂਰ ਸਾਹਿਬ ਦੀ ਧਰਤੀ 'ਤੇ ਚੱਲੋ। ਉਹਨਾਂ ਸੱਜਣਾ ਦੇ ਕਹਿਣ 'ਤੇ ਸਤਿਗੁਰੂ ਜੀ ਉਹਨਾਂ ਨੂੰ ਮੁਆਫ ਵੀ ਕਰਦੇ ਨੇ ਔਰ ਨਗਰ 'ਚ ਜਾਣ ਦੀ ਇਜਾਜ਼ਤ ਵੀ ਦੇ ਦਿੰਦੇ ਨੇ, ਨਗਰ 'ਚ ਵਾਪਸ ਜਾਣ ਦਾ ਫੈਸਲਾ ਵੀ ਕਰ ਲੈਂਦੇ ਨੇ। ਪਰ ਆਪ ਜੀ ਨੂੰ ਪਤਾ ਲੱਗਾ ਕਿ ਬਾਬਾ ਅਮਰਦਾਸ ਜੀ ਨੇ ਕੁਝ ਐਸਾ ਕੀਤਾ, ਤਪੇ ਦੇ ਪੈਰਾਂ 'ਚ ਰੱਸੇ ਪਵਾ ਕੇ ਪਿੰਡ ਦੇ ਗੇੜੇ ਕਢਾਏ ਨੇ ਔਰ ਇਸ ਤਰ੍ਹਾਂ ਬਾਰਿਸ਼ ਪਵਾਈ ਏ। ਤੇ ਗੁਰੂ ਅੰਗਦ ਸਾਹਿਬ ਜੀ ਬਾਬਾ ਅਮਰਦਾਸ ਜੀ ਨੂੰ ਸਮਝਾਉਣਾ ਕਰਦੇ ਨੇ, ਅਮਰਦਾਸ ਜੀ ਇਹ ਕੰਮ ਸਾਡਾ ਨਹੀਂ, ਗੁਰੂ ਨਾਨਕ ਸਾਹਿਬ ਦਾ ਪਹਿਲਾ ਸਿਧਾਂਤ ਹੁਕਮ ਨੂੰ ਸੱਤ ਕਰਕੇ ਮੰਨਣਾ ਹੈ ਔਰ ਰਿੱਧੀਆਂ ਸਿੱਧੀਆਂ ਵਰਤ ਕੇ ਤੁਸੀਂ ਲੋਕਾਂ ਨੂੰ ਨਿਵਾ ਤਾਂ ਦਿੱਤਾ, ਲੋਕਾਂ ਨੂੰ ਨਿਵਾ ਤਾਂ ਸਕਦੇ ਆ, ਪਰ ਲੋਕਾਂ ਨੂੰ ਨਿਵਾ ਕੇ ਕੀ ਮਿਲੇਗਾ? ਵਡਿਆਈ ਮਿਲੇਗੀ ਔਰ ਵਡਿਆਈ 'ਚੋਂ ਕੀ ਮਿਲਦਾ ਹੈ? ਸਵਾਦ ਮਿਲਦਾ ਹੈ। ਔਰ ਅਮਰਦਾਸ ਜੀ ਇਹ ਯਾਦ ਰੱਖਿਓ ਇਹ ਸਵਾਦ ਹਉਮੈ ਦਾ ਹੁੰਦਾ ਹੈ ਔਰ ਹਉਮੈ ਤੇ ਪਰਮਾਤਮਾ ਦੇ ਨਾਮ ਦਾ ਵਿਰੋਧ ਹੁੰਦਾ ਹੈ। ਜਿੱਥੇ ਸਵਾਦ ਤੇ ਹਉਮੈ ਹੋਵੇਗੀ ਉੱਥੇ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਹੋਵੇਗਾ। ਇਸ ਕਰਕੇ ਭੁੱਲ ਕੇ ਵੀ ਉਸ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ। ਸਤਿਗੁਰੂ ਜੀ ਨੇ ਬਚਨ ਕੀਤਾ, ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਮਹਾਰਾਜ ਕਹਿੰਦੇ ਇਹਨਾਂ ਵਡਿਆਈਆਂ ਨੂੰ ਸਾੜ ਦਿਓ ਅੱਗ ਦੇ ਵਿੱਚ, ਭੁੱਲ ਕੇ ਵੀ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ। ਬਾਬਾ ਅਮਰਦਾਸ ਜੀ ਹੱਥ ਜੋੜ ਕੇ ਖਿਮਾ ਮੰਗਦੇ ਨੇ, ਸਤਿਗੁਰੂ ਬਖਸ਼ ਦਿਓ, ਅੱਗੇ ਤੋਂ ਅਸੀਂ ਹੁਕਮ ਨੂੰ ਸੱਤ ਕਰਕੇ ਮੰਨਾਂਗੇ। ਤੋ ਸੰਗਤ ਦੇ ਕਹਿਣ 'ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਾਪਸ ਖਡੂਰ ਜਾਣ ਦਾ ਫੈਸਲਾ ਕਰਦੇ ਨੇ। ਪਰ ਇਤਿਹਾਸ ਦੱਸਦਾ ਹੈ ਕਿ ਜਦੋਂ ਖਾਨ ਰਜਾਦੇ ਤੋਂ ਚੱਲੇ ਤਾਂ ਰਸਤੇ 'ਚ ਇੱਕ ਭਰੋਵਾਲ ਨਗਰ ਠਹਿਰਦੇ ਨੇ। ਇੱਥੇ ਭੱਲਾ ਖੱਤਰੀ ਸਿੱਖ ਖੀਵਨਮਲ ਰਹਿੰਦਾ ਸੀ ਔਰ ਇਹਦੀ ਇੱਛਾ ਸੀ ਕਿ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ। ਸੋ ਇੱਥੇ ਸੰਗਤ ਪ੍ਰਸ਼ਾਦਾ ਛਕ ਕੇ ਵਾਪਸ ਖਡੂਰ ਦੀ ਧਰਤੀ 'ਤੇ ਪਹੁੰਚਦੀ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਹੁਣ ਫਿਰ ਖਡੂਰ ਦੀ ਧਰਤੀ 'ਤੇ ਰੌਣਕਾਂ ਲਾ ਰਹੇ ਨੇ, ਦਰਬਾਰ ਸੱਜਦੇ ਨੇ, ਕੀਰਤਨ ਹੁੰਦਾ ਹੈ। ਬਾਬਾ ਅਮਰਦਾਸ ਜੀ ਵੀ ਕੁਝ ਸਮਾਂ ਇੱਥੇ ਰਹੇ, ਪਰ ਸਤਿਗੁਰੂ ਦਾ ਹੁਕਮ ਪਾ ਕੇ ਬਾਬਾ ਅਮਰਦਾਸ ਵਾਪਸ ਗੋਇੰਦਵਾਲ ਦੀ ਧਰਤੀ 'ਤੇ ਜਾ ਟਿਕਾਣਾ ਕਰਦੇ ਨੇ। ਤੋ ਕਦੀ ਕਦੀ ਬਾਬਾ ਅਮਰਦਾਸ ਜੀ ਵਾਪਸ ਖਡੂਰ ਦਰਸ਼ਨਾਂ ਲਈ ਆ ਜਾਇਆ ਕਰਦੇ ਨੇ ਔਰ ਇਤਿਹਾਸ ਦੱਸਦਾ ਹੈ ਕਿ ਕਦੀ ਕਦੀ ਗੁਰੂ ਅੰਗਦ ਸਾਹਿਬ ਆਪ ਵੀ ਗੋਇੰਦਵਾਲ ਜਾ ਕੇ ਬਾਬਾ ਅਮਰਦਾਸ ਜੀ ਨੂੰ ਜਾ ਕੇ ਦਰਸ਼ਨ ਦਿੰਦੇ ਨੇ। ਤੋ ਇਸ ਪ੍ਰਕਾਰ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਔਰ ਬਾਬਾ ਅਮਰਦਾਸ ਜੀ ਦਾ ਅਥਾਹ ਪ੍ਰੇਮ ਪੈ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।